ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਸ ਨੂੰ। ਸਟੂਡੈਂਟਸ, ਆਈ ਐਮ ਸਰਨਜੀਤ ਕੌਰ ਫਰੋਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ। ਚੈਪਟਰ ਬੱਚੇ ਅਸੀਂ ਕਰਨ ਜਾ ਰਹੇ ਹੈਗੇ ਆ ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ। ਚੈਪਟਰ ਸਾਡਾ 8ਵਾਂ ਚੱਲ ਰਿਹਾ ਤੇ ਅੱਜ ਅਸੀਂ ਅਸਾਈਨਮੈਂਟ ਜਿਹੜੀ ਡਿਸਕਸ ਕਰਨ ਜਾ ਰਹੇ ਹੈਗੇ ਆ ਉਹ ਹੈਗੀ ਆ 175। ਤੇ ਅਸਾਈਨਮੈਂਟ ਵਿੱਚ ਅੱਗੇ ਚੱਲਦੇ ਦੇਖੀਏ ਕੀ ਹੈਗਾ। ਬੱਚਿਓ ਅੱਜ ਜਿਹੜੀ ਚੀਜ਼ ਅਸੀਂ ਕਰਨੀ ਹੈ ਉਹ ਹੈਗੀ ਆ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਆਫ ਸਮ ਐਂਗਲਸ। ਹੁਣ ਅਸੀਂ ਕੁਝ ਪਰਟੀਕੂਲਰ ਐਂਗਲਸ ਹੈਗੇ ਆ ਜਿਨ੍ਹਾਂ 'ਤੇ ਸਾਡੇ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕੀ ਬਣਨਗੇ ਉਹ ਅਸੀਂ ਸਿੱਖਾਂਗੇ। ਨਾਲ ਹੀ ਅਸੀਂ ਕੀ ਸਿੱਖਾਂਗੇ ਕਿ ਉਹ ਵੈਲਿਊਜ਼ ਨੂੰ ਅਸੀਂ ਕਿੱਦਾਂ ਯਾਦ ਕਰਨਾ ਆ, ਉਹਦਾ ਇੱਕ ਤਰੀਕਾ ਹੈਗਾ ਆ। ਠੀਕ ਹੈ ਜੀ, ਸਾਈਨ ਦੀਆਂ ਅਤੇ ਕੌਸ ਦੀਆਂ ਵੈਲਿਊਜ਼ ਅਸੀਂ ਕਿੱਦਾਂ ਕੱਢਾਂਗੇ ਉਹ ਚੀਜ਼ ਅਸੀਂ ਸਿੱਖਣੀ ਆ। ਠੀਕ ਹੈ, ਤੇ ਅਸਾਈਨਮੈਂਟ ਵਿੱਚ ਬੱਚੇ ਸਭ ਤੋਂ ਪਹਿਲਾਂ ਜਿਹੜਾ ਹੈਗੀ ਉਹ ਚੀਜ਼ ਤੁਹਾਨੂੰ ਕੀ ਦਿੱਤੀ ਹੋਈ ਆ, ਇੱਥੇ ਦੇਖੋ ਲਿਖਿਆ ਹੋਏਗਾ ਕੁਝ ਵਿਸ਼ੇਸ਼ ਕੋਣਾਂ ਲਈ ਤ੍ਰਿਕੋਣਮਿਤੀ ਸਾਰਣੀ। ਠੀਕ ਹੈ ਜੀ, ਇੱਥੇ ਤੁਹਾਨੂੰ ਐਂਗਲ ਦਿੱਤੇ ਹੋਏ ਆ। ਇਹ ਐਂਗਲਸ ਕਿਹੜੇ ਨੇ ਬੱਚਿਓ? 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਅਤੇ 90 ਡਿਗਰੀ। ਠੀਕ ਹੈ ਜੀ, ਇੱਥੇ ਨੀਚੇ ਤੁਹਾਨੂੰ ਟੀ ਰੇਸ਼ੀਓਜ਼ ਦਿੱਤੇ ਨੇ। ਇਹ ਮਤਲਬ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਨੇ। ਅਸੀਂ 6 ਕੀਤੇ ਨਾ, ਸਾਈਨ ਥੀਟਾ, ਕੋਸ ਥੀਟਾ, ਟੈਨ ਥੀਟਾ, ਕੋਸੀਕਨ ਥੀਟਾ, ਸੀਕਨ ਥੀਟਾ ਅਤੇ ਕੋਟ ਥੀਟਾ। 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਜਿਹੜੇ ਹੈਗੇ ਆ ਉਹਨਾਂ ਦੀ ਵੈਲਿਊ ਕੀ ਹੋਏਗੀ ਜਦੋਂ 0 ਡਿਗਰੀ ਆ, ਜਦੋਂ 30 ਡਿਗਰੀ ਆ, ਜਦੋਂ 45 ਡਿਗਰੀ ਆ, ਜਦੋਂ 60 ਡਿਗਰੀ ਅਤੇ ਜਦੋਂ 90 ਡਿਗਰੀ ਆ। ਠੀਕ ਹੈ ਜੀ, ਇਹ ਜਿਹੜੀਆਂ ਬੱਚੇ ਉਹ ਵੈਲਿਊਜ਼ ਹੈਗੀਆਂ ਆ, ਇਹ ਪੂਰਾ ਦਾ ਪੂਰਾ ਜਿਹੜਾ ਟੇਬਲ ਹੈਗਾ ਆ, ਇਹ ਪੂਰਾ ਦਾ ਟੇਬਲ ਅਸੀਂ ਕੀ ਕਰਨੇ ਹੈ, ਇਹਨੂੰ ਅਸੀਂ ਕੀ ਕਰਨਾ ਹੈਗਾ, ਇਹਨੂੰ ਅਸੀਂ ਯਾਦ ਕਰਨਾ ਹੈ। ਪਰ ਯਾਦ ਰੱਖਣ ਦਾ ਵੀ ਇੱਕ ਤਰੀਕਾ ਹੈਗਾ ਆ, ਉਹ ਅਸੀਂ ਤਰੀਕਾ ਸਮਝਾਂਗੇ ਅਤੇ ਫਿਰ ਦੁਬਾਰਾ ਆਪਾਂ ਇਹਦੇ ਵੱਲ ਚੱਲਦੇ ਹਾਂ। ਅਤੇ ਅੱਗੇ ਬੱਚਿਓ ਪਹਿਲਾਂ ਤਾਂ ਗੱਲ ਸਮਝ ਲਈਏ ਕਿ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਜਿਹੜੀ ਟੇਬਲ ਹੈਗਾ ਉਹ ਹੈ ਕੀ ਆ। ਕਹਿੰਦੇ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਟੇਬਲ ਜਿਹੜਾ ਹੈਗਾ ਉਹ ਸਾਨੂੰ ਹੈਲਪ ਕਰਦਾ ਆ ਕਾਦੇ ਲਈ? ਟੂ ਫਾਈਂਡ ਦਾ ਵੈਲਿਊਜ਼ ਆਫ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼। ਜਿਹੜੇ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਹੈਗੇ ਕਿਹੜੇ ਨੇ? ਅਸੀਂ ਜਿਹੜੇ 6 ਕੀਤੇ ਨੇ ਉਹਨਾਂ ਦੀਆਂ 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਦੀਆਂ ਵੈਲਿਊਜ਼ ਪਤਾ ਕਰਨੀਆਂ ਸੀ। ਉਹ ਟੇਬਲ ਸਾਨੂੰ ਦਿਖਾਏਗਾ ਕਿੰਨਾ ਕਿੰਨਾ ਐਂਗਲਸ ਲਈ ਫॉर ਸਟੈਂਡਰਡ ਐਂਗਲਸ। ਸਟੈਂਡਰਡ ਜਿਹੜੇ ਐਂਗਲਸ ਨੇ ਕਿਹੜੇ ਕਿਹੜੇ? 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਅਤੇ 90 ਡਿਗਰੀ। ਠੀਕ ਹੈ ਜੀ, ਇਹ ਸਟੈਂਡਰਡ ਐਂਗਲਸ ਨੇ। ਇਹਨਾਂ ਨੂੰ ਆਪਾਂ ਸਟੈਂਡਰਡ ਐਂਗਲਸ ਮੰਨ ਕੇ ਚੱਲਦੇ ਕਿਉਂਕਿ ਅਸੀਂ ਨੋਰਮਲੀ ਗੱਲ ਕਰਦੇ ਕਿ 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ, 90 ਡਿਗਰੀ। ਔਰ ਨੋਰਮਲੀ ਅਸੀਂ ਜ਼ਿਆਦਾਤਰ ਇਹ ਐਂਗਲਸ ਯੂਜ਼ ਕਰਦੇ, ਤਾਂ ਕਰਕੇ ਇਹਨਾਂ ਨੂੰ ਆਪਾਂ ਕੀ ਕਿਹਾ ਹੈਗਾ? ਸਟੈਂਡਰਡ ਐਂਗਲਸ। ਠੀਕ ਹੈ ਜੀ, ਪੰਜਾਬੀ 'ਚ ਵੀ ਰੀਡ ਕਰ ਲਿਆ। ਤ੍ਰਿਕੋਣਮਿਤੀ ਅਨੁਪਾਤ ਸਾਰਨੀ ਮਿਆਰੀ ਕੋਣ 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਅਤੇ 90 ਡਿਗਰੀ ਲਈ ਤ੍ਰਿਕੋਣਮਿਤੀ ਅਨੁਪਾਤ ਦੇ ਮੁੱਲ ਲੱਭਣ ਵਿੱਚ ਸਹਾਇਤਾ ਕਰਦਾ ਆ। ਠੀਕ ਹੈ ਜੀ, ਅਸੀਂ ਸਿੰਪਲ ਜੀ ਗੱਲ ਹੈਗੀ ਕਿ ਜਿਹੜੇ 6 ਸਾਡੇ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਆ, ਟੀ ਰੇਸ਼ੀਓਜ਼ ਆ, ਉਹਨਾਂ ਦੀਆਂ ਵੈਲਿਊਜ਼ ਕੀ ਹੋਣਗੀਆਂ ਔਨ ਡਿਫਰੈਂਟ ਐਂਗਲਸ। ਠੀਕ ਹੈ ਜੀ, ਉਹ ਚੀਜ਼ ਜਿਹੜੀ ਹੈਗੀ ਇਸ ਟੇਬਲ ਤੋਂ ਅਸੀਂ ਪਤਾ ਕਰਦੇ ਹਾਂ। ਹੁਣ ਇਹ ਟੇਬਲ ਨੂੰ ਅਸੀਂ ਕਰਨਾ ਕਿੱਦਾਂ ਇਹ ਦੇਖੀਏ। ਅਤੇ ਸਭ ਤੋਂ ਪਹਿਲਾਂ ਅਸੀਂ ਟੇਬਲ ਦਿਖਾ ਦਈਏ। ਟੇਬਲ ਤੁਹਾਨੂੰ ਮੈਂ ਦਿਖਾਉਂਦੀ ਅਸਾਈਨਮੈਂਟ ਵਿੱਚ ਕੁਝ ਇੱਦਾਂ ਦਾ ਆ। ਹੁਣ ਦੇਖੋ, ਦੇਖ ਕੇ ਤੇ ਤੁਸੀਂ ਬੋਲੋਗੇ ਕਿ ਮੈਡਮ ਇਹਦੇ ਵਿੱਚ ਤਾਂ ਬਹੁਤ ਸਾਰੀਆਂ ਵੈਲਿਊਜ਼ ਆ, ਇਹਨੂੰ ਤਾਂ ਯਾਦ ਕਰਨਾ ਬਹੁਤ ਹੀ ਮੁਸ਼ਕਿਲ ਹੈਗਾ ਹੈ। ਪਰ ਇਹਨੂੰ ਯਾਦ ਕਰਨ ਦਾ ਵੀ ਇੱਕ ਬਹੁਤ ਸੌਖਾ ਤਰੀਕਾ ਆ, ਉਹ ਮੈਂ ਤੁਹਾਨੂੰ ਕਰਾਉਣ ਲੱਗੀ ਹਾਂ। ਚਲੋ ਦੁਬਾਰਾ ਆਪਾਂ ਚੱਲਦੇ ਹਾਂ। ਦੇਖੋ ਹੁਣ ਤੁਹਾਡੇ ਸਾਹਮਣੇ ਕਿਹੜੀ ਇਮੇਜ ਹੈਗੀ ਆ? ਦੋ ਕੀ ਹੈਗੇ ਨੇ? ਹੱਥ ਬਣਾਏ ਹੋਏ ਨੇ ਨਾ। ਠੀਕ ਹੈ ਜੀ, ਇਹ ਹੈਗਾ ਸਾਡਾ। ਦੁਬਾਰਾ ਪਿਛਲੀ ਇਮੇਜ 'ਤੇ ਚੱਲਦੇ ਹਾਂ। ਇਹ ਪਿਛਲੀ ਇਮੇਜ ਸਾਡੀ ਹੋ ਗਈ ਆਹ ਵਾਲੀ। ਠੀਕ ਹੈ ਜੀ, ਦੇਖੋ ਦੋ ਹੱਥ ਨੇ। ਇਹ ਤੁਹਾਡਾ ਲੈਫਟ ਹੈਂਡ ਆ, ਇਹ ਤੁਹਾਡਾ ਰਾਈਟ ਹੈਂਡ ਆ। ਦੋ ਹੱਥ ਨੇ ਸਾਡੇ, ਇੱਕ ਸੱਜਾ ਹੁੰਦਾ ਇੱਕ ਖੱਬਾ ਹੁੰਦਾ। ਠੀਕ ਹੈ ਜੀ, ਤੁਸੀਂ ਕੀ ਆਪਣੇ ਦੋਵੇਂ ਹੱਥ ਵਿੱਚੋਂ ਜਿਹੜਾ ਤੁਹਾਡਾ ਲੈਫਟ ਹੈਂਡ ਹੈਗਾ, ਜਿਹੜਾ ਤੁਹਾਡਾ ਆਹ ਵਾਲਾ ਪਾਸਾ ਹੈਗਾ, ਨੋਰਮਲੀ ਪਾਪੂਲੇਸ਼ਨ ਜਿਹੜੀ ਹੈਗੀ ਆ ਲੈਫਟ ਹੈਂਡ ਨਾਲ ਨਹੀਂ ਲਿਖਦੀ ਹੈ ਨਾ, ਰਾਈਟ ਹੈਂਡ ਨਾਲ ਲਿਖਦੀ। ਮਤਲਬ ਉਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਕਿ ਜਿਹੜੇ ਹੱਥ ਨਾਲ ਤੁਸੀਂ ਮੋਸਟਲੀ ਕੰਮ ਨਹੀਂ ਕਰਦੇ ਉਹ ਵਾਲਾ ਹੱਥ ਤੁਸੀਂ ਲੈਣਾ ਹੈ, ਲੈਫਟ ਹੈਂਡ। ਹੁਣ ਲੈਫਟ ਹੈਂਡ ਨੂੰ ਅਸੀਂ ਯੂਜ਼ ਕਿਵੇਂ ਕਰਨਾ ਹੈ? ਦੇਖੋ ਅਗਲੀ ਇਮੇਜ ਜਿਹੜੀ ਪਹਿਲਾਂ ਹੀ ਸਾਡੀ ਆ ਗਈ ਸੀਗੀ, ਉਹਦੇ ਵਿੱਚ ਤੁਸੀਂ ਕੀ ਕਰਨਾ ਹੈਗਾ ਆ, ਜਿਹੜਾ ਤੁਹਾਡਾ ਅੰਗੂਠਾ ਹੈਗਾ, ਠੀਕ ਹੈ ਜੀ, ਇੱਥੇ ਤੁਸੀਂ ਕੀ ਲਿਖਣਾ ਹੈਗਾ ਆ? 0 ਡਿਗਰੀ, ਫਿਰ ਆਪਾਂ ਲਿਖਾਂਗੇ 30 ਡਿਗਰੀ, ਫਿਰ ਆਪਾਂ ਲਿਖਾਂਗੇ 45 ਡਿਗਰੀ, ਦੈਨ ਵੀ ਵਿਲ ਰਾਈਟ 60 ਡਿਗਰੀ ਐਂਡ ਲਾਸਟ 'ਚ ਅਸੀਂ ਕੀ ਲਿਖਣਾ ਹੈਗਾ? 90 ਡਿਗਰੀ। ਇਹ ਚੀਜ਼ ਤੁਸੀਂ ਧਿਆਨ ਦੇਣੀ ਆ। ਨਾਲੇ ਇੱਕ ਗੱਲ ਕਿ 0 ਦਾ ਜਿਹੜਾ ਐਂਗਲ ਹੈਗਾ ਉਹ ਤੁਸੀਂ ਅੰਗੂਠੇ ਤੋਂ ਹੀ ਸ਼ੁਰੂ ਕਰਨਾ, ਉਹ ਤੁਸੀਂ ਇਹ ਸਮਾਲ ਫਿੰਗਰ ਤੋਂ ਯੂਜ਼ ਨਹੀਂ ਕਰਨਾ, ਸ਼ੁਰੂ ਨਹੀਂ ਕਰਨਾ। ਠੀਕ ਹੈ ਜੀ, ਹੁਣ ਇਹ ਦੇਖ ਲਓ ਕਿ ਤੁਸੀਂ ਇਹਨੂੰ ਕਿੱਦਾਂ ਯਾਦ ਰੱਖਣਾ ਹੈ। ਅੰਗੂਠੇ ਤੋਂ ਤੁਸੀਂ ਕੀ ਯਾਦ ਰੱਖ ਸਕਦੇ ਹੋ? ਅੰਗੂਠੇ ਤੋਂ ਤੁਸੀਂ 0 ਸ਼ੁਰੂ ਕਰਨਾ, ਇਹ ਚੀਜ਼ ਤੁਸੀਂ ਯਾਦ ਰੱਖਣੀ। ਠੀਕ ਹੈ ਜੀ, ਫਿਰ
ਅਸੀਂ ਕੀ ਕਰਨਾ ਹੈਗਾ ਬੱਚਿਓ, ਜਦੋਂ ਅਸੀਂ ਸਾਈਨ ਐਂਗਲ ਕੱਢਣਾ, ਸਾਈਨ ਥੀਟਾ ਮਤਲਬ ਥੀਟਾ ਇੱਥੇ ਕੋਈ ਵੀ ਐਂਗਲ ਹੋਏਗਾ ਜਿਹੜਾ ਅਸੀਂ ਪਤਾ ਕਰਨਾ ਹੈ, ਉਹ ਕੀ ਕਰਨਾ ਹੈਗਾ ਆ, ਅੰਡਰ ਰੂਟ ਆਫ ਐਕਸ ਬਟਾ 2 ਕਰਨਾ ਹੈ। ਇਹ ਫਾਰਮੂਲਾ ਹੈ। ਅਤੇ ਐਕਸ ਇੱਥੇ ਕੀ ਹੋਏਗਾ, ਜਿਹੜਾ ਵੀ ਐਂਗਲ ਅਸੀਂ ਪਤਾ ਕਰ ਰਹੇ ਹਾਂ, ਜਿਹੜੀ ਵੀ ਐਂਗਲ ਦਾ ਅਸੀਂ ਟੀ ਰੇਸ਼ੋ ਪਤਾ ਕਰੇ, ਉਹਦੇ ਤੋਂ ਲੈਫਟ ਹੈਂਡ ਸਾਈਡ 'ਤੇ ਕਿੰਨੀਆਂ ਉਂਗਲਾਂ ਹੈਗੀਆਂ। ਠੀਕ ਹੈ ਜੀ। ਹੁਣ ਦੇਖੋ ਮੈਂ ਤੁਹਾਨੂੰ ਸਮਝਾਉਣੀ, ਫਿਰ ਜ਼ਿਆਦਾ ਕਲੀਅਰ ਹੋਏਗਾ। ਸਭ ਤੋਂ ਪਹਿਲਾਂ ਮੰਨ ਲਓ ਅਸੀਂ ਐਂਗਲ ਕਿਹੜਾ ਲੈ ਰਹੇ ਹੈਗੇ, ਅਸੀਂ ਐਂਗਲ ਲੈ ਰਹੇ ਹੈਗੇ ਆ 60 ਡਿਗਰੀ। ਤੁਸੀਂ 60 ਡਿਗਰੀ ਦੀ ਉਂਗਲ 'ਤੇ ਤੁਸੀਂ ਉਂਗਲੀ ਨੂੰ ਫੋਲਡ ਕਰ ਸਕਦੇ ਜਾਂ ਉੱਤੇ ਨਿਸ਼ਾਨੀ ਲਗਾ ਸਕਦੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ। ਠੀਕ ਹੈ ਜੀ। ਹੁਣ ਸਾਈਨ ਮੈਂ ਲੈਣਾ ਹੈਗਾ ਹੈ 60 ਡਿਗਰੀ। ਠੀਕ ਹੈ ਜੀ। ਆ ਦੇਖੋ ਸਾਈਨ 60 ਡਿਗਰੀ, ਇੱਥੇ ਥੀਟਾ ਦੀ ਜਗ੍ਹਾ ਮੈਂ 60 ਲਿਖਿਆ ਆ, ਥੀਟਾ ਅਸੀਂ ਐਂਗਲ ਲਈ ਯੂਜ਼ ਕਰਦੇ ਨਾ, ਇਸੇ ਕਰਕੇ। ਅੱਛਾ 60 ਡਿਗਰੀ ਲਿਆ, ਮੈਂ ਸਾਈਨ ਦਾ ਕੱਢਣਾ ਹੈ। ਸਾਈਨ ਲਈ ਦੇਖੋ 60 ਦੇ ਇਸ ਪਾਸੇ ਕਿੰਨੀਆਂ ਉਂਗਲਾਂ ਆ, 1 2 ਅਤੇ 3। ਹੁਣ ਅੰਗੂਠਾ ਵੀ ਤੁਸੀਂ ਉਂਗਲੀ 'ਚ ਹੀ ਕਾਊਂਟ ਕਰਨਾ ਹੈ, ਮਤਲਬ ਕਿੰਨੀਆਂ ਫਿੰਗਰਸ ਜਿਹੜੀਆਂ ਹੈਗੀਆਂ ਤੁਹਾਡੀਆਂ ਲੈਫਟ ਹੈਂਡ ਸਾਈਡ 'ਤੇ ਹੈਗੀਆਂ, 1 2 ਅਤੇ 3। ਇਹਦਾ ਮਤਲਬ ਜਿਹੜਾ ਐਕਸ ਹੈਗਾ ਉਹਦੀ ਜਗ੍ਹਾ 'ਤੇ ਤੁਸੀਂ 3 ਲਿਖਣਾ, ਇਹਦਾ ਅੰਡਰ ਰੂਟ ਕਰਨਾ, ਇਹਦੀ ਬਟਾ 2 ਕਰਨੀ ਹੈ। ਠੀਕ ਹੈ ਜੀ। ਇਹਦਾ ਮਤਲਬ ਸਾਈਨ 60 ਦਾ ਵੈਲਿਊ ਹੈਗੀ ਸਾਡੇ ਕੋਲ ਅੰਡਰ ਰੂਟ 3 ਬਟਾ 2। ਇੱਕ ਹੋਰ ਐਂਗਲ ਲੈ ਕੇ ਕਰਦੇ ਹਾਂ ਅਸੀਂ। ਹੁਣ ਐਂਗਲ ਲਵਾਂਗੇ, ਦੂਜਾ ਐਂਗਲ ਲਈਏ ਜਰਾ। ਓਕੇ ਪਹਿਲਾਂ ਤਾਂ ਅੱਛਾ ਚਲੋ ਐਂਗਲ ਹੁਣ ਅਸੀਂ ਲੈਣ ਲੱਗੇ 45। ਠੀਕ ਹੈ ਜੀ। ਹੁਣ ਤੁਸੀਂ 60 ਨੂੰ ਨਹੀਂ ਦੇਖਣਾ, ਹੁਣ ਤੁਸੀਂ 45 ਨੂੰ ਦੇਖਣਾ ਆ। ਠੀਕ ਹੈ, ਦੁਬਾਰਾ ਕਰਦੀ ਹਾਂ ਮੈਂ ਬਲੈਕ ਪੈਨ ਨਾਲ ਹੀ। ਓਕੇ ਸਾਈਨ 45 ਡਿਗਰੀ। ਹੁਣ 45 ਡਿਗਰੀ ਕੀ ਹੈਗਾ, 45 ਦੇ ਲੈਫਟ ਹੈਂਡ ਸਾਈਡ 'ਤੇ ਕਿੰਨੀਆਂ ਉਂਗਲਾਂ, ਇਸ ਸਾਈਡ ਨੂੰ ਆਉਣਾ ਤੁਸੀਂ, 1 ਅਤੇ 2। ਠੀਕ ਹੈ ਜੀ। ਉਹਨੂੰ ਛੱਡ ਦੇਣਾ ਜਿਹੜਾ ਅਸੀਂ ਐਂਗਲ ਲਿਆ ਆ, 1 ਅਤੇ 2, 2 ਦਾ ਅੰਡਰ ਰੂਟ ਲੈ ਲੈਣਾ, ਬਟਾ 2 'ਤੇ ਤੁਸੀਂ ਲਿਖਣਾ ਹੀ ਲਿਖਣਾ, ਕਿਉਂਕਿ ਅਸੀਂ ਫਾਰਮੂਲੇ 'ਚ ਹੀ ਲਿਖਿਆ ਹੈਗਾ। ਠੀਕ ਹੈ ਜੀ। ਅੱਛਾ ਅੰਡਰ ਰੂਟ 2 ਬਟਾ 2, ਅੰਡਰ ਰੂਟ ਦਾ ਅੰਡਰ ਰੂਟ 2, ਜਿਹੜਾ 2 ਹੈਗਾ ਬੱਚਿਓ ਅਸੀਂ ਉਹਨੂੰ ਲਿਖ ਸਕਦੇ ਅੰਡਰ ਰੂਟ 2 ਮਲਟੀਪਲਾਈ ਬਾਈ ਅੰਡਰ ਰੂਟ 2। ਠੀਕ ਹੈ ਜੀ। ਅੰਡਰ ਰੂਟ 2 ਨਾਲ ਅੰਡਰ ਰੂਟ 2 ਕੱਟਿਆ ਗਿਆ ਅਤੇ ਇਹ ਕੀ ਆ ਗਿਆ 1 ਬਾਈ ਅੰਡਰ ਰੂਟ 2। ਇਹਦਾ ਮਤਲਬ ਸਾਈਨ 45 ਦੀ ਵੈਲਿਊ ਕਿੰਨੀ ਹੈਗੀ, 1 ਅਪੋਨ ਅੰਡਰ ਰੂਟ 2। ਹੁਣ ਗੱਲ ਆ ਗਈ, ਇਹ ਤਾਂ ਹੋ ਗਿਆ ਸਾਈਨ ਦਾ। ਠੀਕ ਹੈ ਜੀ। ਹੁਣ ਅਸੀਂ ਕਰਨਾ ਹੈਗਾ ਕੋਸ ਦਾ। ਇੱਕ ਚੀਜ਼ ਮੈਂ ਇੱਥੇ ਲਿਖ ਦੇਵਾਂ। ਅੱਛਾ ਦੇਖੋ ਸਾਈਨ ਲਈ ਤੁਸੀਂ ਲੈਫਟ ਹੈਂਡ ਸਾਈਡ ਵੇਖਣਾ ਹੈਗਾ ਹੈ, ਜਦੋਂ ਤੁਸੀਂ ਕੋਸ ਕਰਨਾ ਆ ਉਦੋਂ ਤੁਸੀਂ ਰਾਈਟ ਹੈਂਡ ਸਾਈਡ 'ਤੇ ਦੇਖ ਲੈਣਾ ਕਿੰਨੀਆਂ ਉਂਗਲਾਂ ਆ। ਠੀਕ ਹੈ ਜੀ। ਹੁਣ ਦੁਬਾਰਾ ਤੋਂ ਮੈਂ ਕਰਵਾਉਣ ਲੱਗੀ ਹਾਂ, ਦੇਖੋ ਹੁਣ ਮੈਂ ਕੋਸ ਦਾ ਕਰਵਾਉਂਗੀ। ਠੀਕ ਹੈ ਓਕੇ। ਦੈਨ ਹੁਣ ਅਸੀਂ ਕਰਾਂਗੇ ਕੋਸ ਦਾ। ਸਭ ਤੋਂ ਪਹਿਲਾਂ ਐਂਗਲ ਲੈਂਦੇ ਹਾਂ, ਐਂਗਲ ਕੋਈ ਵੀ ਲੈ ਲਈਏ। ਪਹਿਲਾਂ ਤਾਂ ਐਂਗਲਸ ਲਿਖ ਲਈਏ ਸਾਡੇ ਕਿਹੜੇ ਕਿਹੜੇ ਐਂਗਲ ਨੇ। ਠੀਕ ਹੈ ਜੀ। ਅੱਛਾ ਐਂਗਲ ਅਸੀਂ ਕਿੱਥੋਂ ਸ਼ੁਰੂ ਕਰਨੇ ਸੀਗੇ, ਯੈਸ ਵੈਰੀ ਗੁੱਡ, ਅੰਗੂਠੇ ਤੋਂ 0 ਡਿਗਰੀ, 0 ਤੋਂ ਬਾਅਦ 30 ਡਿਗਰੀ, 45 ਡਿਗਰੀ, ਇਹ ਵੱਧਦੇ ਕ੍ਰਮ 'ਚ ਲਿਖਣੇ ਅਸੀਂ, 60 ਡਿਗਰੀ ਅਤੇ 90 ਡਿਗਰੀ, ਜੰਬਲਡ ਨਹੀਂ ਲਿਖਣੇ। ਹੁਣ ਅਸੀਂ ਪਤਾ ਕਰਾਂਗੇ ਕੋਸ ਥੀਟਾ। ਅੱਛਾ ਕੋਸ ਥੀਟਾ ਤੁਸੀਂ ਕਿਵੇਂ ਯਾਦ ਰੱਖਣਾ ਹੈ, y/2 ਰੱਖ ਲਿਓ। ਅਤੇ y ਜਿਹੜੀ ਹੈਗੀ, y ਕੀ ਹੋਏਗੀ, ਰਾਈਟ ਸਾਈਡ ਵਾਲੀਆਂ ਉਂਗਲਾਂ। ਠੀਕ ਹੈ, ਉਹਦੇ ਰਾਈਟ ਸਾਈਡ 'ਤੇ ਉਹਦੇ ਸੱਜੇ ਪਾਸੇ ਕਿੰਨੀਆਂ ਉਂਗਲਾਂ ਹੈਗੀਆਂ ਉਹ ਤੁਸੀਂ ਕਾਊਂਟ ਕਰਨੀਆਂ। ਹੁਣ ਐਂਗਲ ਲੈ ਲੈਂਦੇ ਸਭ ਤੋਂ ਪਹਿਲਾਂ। ਚਲੋ ਐਂਗਲ ਲਈਏ, ਕਿਹੜਾ ਲੈਂਦੇ, ਐਂਗਲ ਅਸੀਂ ਲਵਾਂਗੇ 30 ਡਿਗਰੀ ਲੈ ਲੈਂਦੇ, ਐਂਗਲ 30 ਡਿਗਰੀ। ਠੀਕ ਹੈ ਚਲੋ ਕੱਢੀਏ। ਹੁਣ ਆਪਾਂ ਕੱਢਣਾ ਹੈਗਾ ਹੈ ਕੋਸ ਆਫ 30 ਡਿਗਰੀ। ਅੱਛਾ 30 ਡਿਗਰੀ ਤੋਂ ਰਾਈਟ ਸਾਈਡ, ਹੁਣ ਅਸੀਂ ਰਾਈਟ ਸਾਈਡ ਆਉਣਾ, ਕੋਸ ਲਈ ਰਾਈਟ ਸਾਈਡ ਆਉਣਾ, ਸਾਈਨ ਲਈ ਤੁਸੀਂ ਲੈਫਟ ਸਾਈਡ ਜਾਣਾ। ਕੋਸ 30 ਡਿਗਰੀ ਜਿਹੜਾ ਹੈਗਾ, 30 ਦੇ ਅਗਲੇ ਪਾਸੇ ਕਿੰਨੀਆਂ ਉਂਗਲਾਂ, ਪਹਿਲੀ ਉਂਗਲ, ਦੂਜੀ ਉਂਗਲ ਅਤੇ ਤੀਜੀ ਉਂਗਲ। ਠੀਕ ਹੈ ਜੀ। ਇਹ ਕੀ ਆ ਗਿਆ 3 ਬਟਾ, ਰੁਕੋ ਇੱਕ ਮਿੰਟ, ਕੋਸ 30 ਦੀ ਵੈਲਿਊ ਆ ਗਈ 3 ਉਂਗਲਾਂ ਬਟਾ ਅੰਡਰ ਰੂਟ 2, 3 ਅਪੋਨ ਅੰਡਰ ਰੂਟ 2। ਨਹੀਂ ਅੱਛਾ ਗਲਤੀ ਹੋ ਗਈ, ਦੇਖੋ ਮੇਰੇ ਤੋਂ ਗਲਤੀ ਹੋ ਗਈ। ਜਿਹੜੀ ਉੱਪਰ ਵਾਲੀ ਵੈਲਿਊ ਹੈਗੀ ਨਾ 3, ਉਹਦਾ ਅੰਡਰ ਰੂਟ ਲੈਣਾ। ਇਹ ਕੀ ਆ ਗਿਆ ਅੰਡਰ ਰੂਟ 3 ਬਟਾ 2। ਠੀਕ ਹੈ ਜੀ। ਇੱਕ ਹੋਰ ਐਂਗਲ ਕਰਦੇ ਹਾਂ ਫਟਾਫਟ, ਕਿਉਂਕਿ ਮੈਨੂੰ ਵੀ ਵਿੱਚ ਕਨਫਿਊਜ਼ਨ ਹੋ ਗਈ ਸੀਗੀ। ਕੋਈ ਗੱਲ ਨਹੀਂ, ਗਲਤੀ ਲੱਗ ਜਾਂਦੀ। ਓਕੇ ਹੁਣ ਮੈਂ ਕੱਢਣ ਲੱਗੀ ਹੈਗੀ ਹਾਂ ਕੋਸ 90 ਡਿਗਰੀ। ਠੀਕ ਹੈ ਜੀ। ਕੋਸ ਆਫ 90 ਡਿਗਰੀ। ਹੁਣ 90 ਡਿਗਰੀ ਦੇ ਰਾਈਟ ਸਾਈਡ 'ਤੇ ਕਿੰਨੀਆਂ ਉਂਗਲਾਂ, ਇਹ ਤੇ ਲਾਸਟ ਵਾਲੀ ਉਂਗਲ ਸੀਗੀ, ਰਾਈਟ ਸਾਈਡ 'ਤੇ ਕੋਈ ਉਂਗਲ ਨਹੀਂ ਹੈਗੀ। ਸੋ ਅਸੀਂ ਕੀ ਕਰਾਂਗੇ 0 ਦਾ ਅੰਡਰ ਰੂਟ ਬਟਾ 2। 0 ਦਾ ਅੰਡਰ ਰੂਟ ਕੀ ਹੁੰਦਾ ਆ, 0। ਇਹਦਾ ਮਤਲਬ ਕੋਸ 90 ਦੀ ਵੈਲਿਊ ਕੀ ਹੈਗੀ ਆ, 0 ਹੋ ਗਈ। ਠੀਕ ਹੈ ਜੀ, ਸਮਝ ਆ ਗਿਆ। ਕੋਸ ਲਈ ਤੁਸੀਂ ਰਾਈਟ ਸਾਈਡ ਜਾਣਾ, ਸਾਈਨ ਲਈ ਤੁਸੀਂ ਲੈਫਟ ਸਾਈਡ ਜਾਣਾ।
अच्छा एक बारी हुण ट्राई करन लगी हैगी आ दोबारा, हुण तुसीं भी सोचना नाल, मैं तुहानूं नाल क्वेश्चन पुट करन लगी है, तुसीं थोड़ा अपनी वीडियो नूं पॉज करके उहदा दिमाग लगा के सोचियो, ठीक है। पहला मैं डिग्रीज़ लिखदा, 0 डिग्री, 30 डिग्री, 45 डिग्री एंड नैक्सट 60 डिग्री एंड 90 डिग्री, ठीक है जी। असीं हुण कैलकुलेट करन जा रहे हैं साइन ऑफ, ओके साइन ऑफ 30 डिग्री। चलो सोचो सारे जाने की होएगा। साइन ऑफ 30 डिग्री ਇਹਦਾ मतलब एंगल साडा आ हो गया, ठीक है जी। ਇਹਦੇ ਲੈਫਟ ਸਾਈਡ ਤੇ ਕਿੰਨੀਆਂ ਉਂਗਲਾਂ ਹੈਗੀਆਂ ਉਹ ਅਸੀਂ ਕਾਊਂਟ ਕਰ ਲੈਣੀਆਂ, ਉਹਦਾ ਅਸੀਂ ਅੰਡਰ ਰੂਟ ਕਰ ਲੈਣਾ। ਕਿੰਨੀਆਂ ਉਂਗਲਾਂ ਲੈਫਟ ਸਾਈਡ ਤੇ? 1 ਬਟਾ 2 ਤੇ ਫਾਰਮੂਲੇ 'ਚ ਸੀਗਾ। ਇਹਦਾ मतलब 1 ਦਾ ਅੰਡਰ ਰੂਟ ਕੀ ਹੁੰਦਾ? 1, ਇਹਦਾ मतलब ਹੈਗਾ 1/2। ਅੱਛਾ ਇੱਕ ਹੋਰ ਕੁਐਸਚਨ, cos ऑफ 30 डिग्री कट के देखो फटाफट। cos ऑफ 30 डिग्री भावें मेरी वीडियो जी हैगी इनू पॉज कर लो तो एक बार कट के देखो, ठीक है जी। cos ऑफ 30 की होएगा 30 तो राइट साइड दी उंगला काउंट कर लिए, ये मेरे ख्याल नाल हुणे आपां करके हटे हैं। चलो 60 आपां 60 कर लेने। cos ऑफ 30 डिग्री नहीं करांगे, cos ऑफ आपां 60 डिग्री कट लेने। cos ऑफ 60, एक मिनट, cos ऑफ 60 डिग्री, ओके cos ऑफ 60 डिग्री, 60 डिग्री की हो गया इत्थे आ गया, ठीक है। 60 तो अगलियां उंगलां कितनियां हैगियां? एक उंगल आ गई, एक दा अंडर रूट 2 अंडर रूट करके बटा 2 करके एक ही आ गया 1/2। देखो cos 30 ते साइन 30 ते cos 60 की वैल्यू जिहड़ी हैगी आ वो सेम आई आ। अच्छा इत्थों तक तो हुण असीं सिੱਖਿਆ हैगा आ साइन दियां वैल्यूज़ ते cos दियां वैल्यूज़ कढनियां। हुण जदों तुसीं tan दियां वैल्यूज़ कढनियां ते tan तुहानूं पता हैगा किहदे बराबर हुंदा आ? साइन थीटा बटा कॉस थीटा। उत्थों तुसी टैन दियां वैल्यूज़ कढ सकते हो। जदों तुसी कोसीकेंट थीटा दियां वैल्यूज़ कढनियां बच्चों, उदों तुसी 1 साइन थीटा कर सकते हो। तो जदों तुसी सीकेंट दियां वैल्यूज़ कढनियां आ, ठीक है जी, उहदे लई तुसी की करना हैगा 1 कॉस ऑफ थीटा। ਇਹਦੇ ਨਾਲ ਤੁਹਾਡੀਆਂ ਸਾਰੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਨਿਕਲ ਜਾਣਗੀਆਂ। ਹੁਣ ਦੁਬਾਰਾ ਆਪਾਂ ਅਸਾਈਨਮੈਂਟ ਵੱਲ ਆਉਂਦੇ ਹਾਂ। ਦੇਖੋ ਮੈਂ ਤਾਂ ਆਪਣਾ ਦੱਸਾਂ ਕਿ ਮੈਨੂੰ ਇਹ ਪੂਰਾ ਦਾ ਪੂਰਾ ਜਿਹੜਾ ਟੇਬਲ ਹੈਗਾ ਇਹ ਮੈਨੂੰ ਪੂਰਾ ਦਾ ਪੂਰਾ ਮੈਂ ਇਹਨੂੰ ਕੀ ਕੀਤਾ ਸੀਗਾ, ਕਰੈਮ ਕੀਤਾ ਸੀਗਾ। ਮੈਨੂੰ ਤਾਂ ਪੂਰਾ ਦਾ ਪੂਰਾ ਯਾਦ ਹੋ ਗਿਆ। ਜਦੋਂ ਸਟਾਰਟਿੰਗ 'ਚ ਤੁਹਾਨੂੰ ਪ੍ਰੋਬਲਮ ਆਏਗੀ ਤੁਸੀਂ ਆਪਣੀ ਉਂਗਲਾਂ ਦੇ ਹਿਸਾਬ ਨਾਲ ਇਹਨੂੰ ਕਰ ਸਕਦੇ, ਪਰ ਹੌਲੀ ਦੀ ਹੌਲੀ ਜਦੋਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਜਿਹੜੇ ਹੈਗੇ ਸੋਲਵ ਕਰਨ ਲੱਗ ਜਾਓਗੇ ਤਾਂ ਤੁਹਾਨੂੰ ਪੂਰਾ ਦਾ ਪੂਰਾ ਟੇਬਲ ਜਿਹੜਾ ਹੈਗਾ ਉਹ ਆਪਣੇ ਆਪ ਯਾਦ ਹੋ ਜਾਏਗਾ, ਠੀਕ ਹੈ ਜੀ। अच्छा इत्थे एक बारी देख लिया, देखो सीकेंट थीटा की वैल्यू जदों साडे कोल एंगल 60 का हैगा तो की बन रहा, इस साइड तो नीचे आके सीकेंट थीटा तो इस साइड अगे जाके जिहड़ा 2 हैगा वो वैल्यू आ रही है सीकेंट 60 डिग्री की। कॉट ऑफ 90 डिग्री 0, ठीक है जी। कॉट ऑफ 45 डिग्री 1, ठीक है जी। एक होर गौर करन वाली गल ये हैगी आ कि साइन ते कॉस दियां 45 वालियां जिहड़ियां रकमां हैगियां वो सेम हैगियां आ, ठीक है जी। 45 डिग्री ते साइन ते कॉस दियां वैल्यू सेम हैगियां। टैन ते कॉट दियां 45 ते वैल्यूज़ जिहड़ियां हैगियां वो सेम हैगियां। उस तरह कोसीकेंड ते सीकेंड दियां 45 वालियां जिहड़ियां वैल्यूज़ हैगियां बेटा वो की हैगियां वो सेम हैगियां आ। नाल ही देखियो जिहड़ी साइन दी 30 दी वैल्यू हैगी आ उही कॉस दी 60 की वैल्यू होएगी, ठीक है जी। जिहड़ी टैन की 30 की वैल्यू हैगी उही कॉट की 60 की वैल्यू होएगी। ਇਹਦਾ मतलब साइन ते कॉस, टैन ते कॉट ते कोसीकेंट ते सीकेंट इन्हां दियां वैल्यूज़ जिहड़ियां हैगियां आ वो असीं की कर रहे हैगे आ, पहला इस साइड नूं लिखनी आ फिर असीं इस साइड नूं लिखनी आ, ठीक है जी। ਇੰਨਾ ਕੁ ਸੀਗਾ ਟੇਬਲ, ਇਹ ਸਮਝਾਉਣਾ ਸੀਗਾ ਤੁਹਾਨੂੰ ਤਰੀਕਾ ਕੀ ਹੈਗਾ ਟੇਬਲ ਯਾਦ ਕਰਨ ਦਾ। ਹੁਣ ਨਾਲ ਇੱਕ ਗੌਰ ਇੱਥੇ ਕਰਨ ਵਾਲੀ ਤੁਹਾਡੀ ਅਸਾਈਨਮੈਂਟ 'ਚ ਗੱਲ ਇਹ ਹੈਗੀ ਆ ਕਿ ਸਾਈਨ ਥੀਟਾ ਦੀ ਵੈਲਿਊ ਦੇਖੋ ਇੱਥੇ 0 ਹੈਗੀ ਆ, ਇੱਥੇ 1/2 ਹੈਗੀ ਆ, ਇੱਥੇ 1/√2 ਹੈਗੀ ਆ, ਫਿਰ √3/2 ਫਿਰ 1। ਇਹਦਾ ਮਤਲਬ ਵੈਲਿਊ ਜਿਹੜੀ ਹੈਗੀ 0 ਤੋਂ ਵੱਧ ਰਹੀ ਹੈਗੀ, ਮੈਕਸਿਮਮ ਕਿੱਥੋਂ ਤੱਕ ਜਾ ਰਹੀ ਹੈਗੀ ਆ 1 ਤੱਕ। ਲਾਸਟ ਅਸਾਈਨਮੈਂਟ ਵਿੱਚ ਅਸੀਂ ਕੀਤਾ ਸੀਗਾ साइन ऑफ थीटा विल ऑलवेज बी लेस दैन और इक्वल्स टू 1। उसी तरह आप कॉस दियां वैल्यूज़ कीतियां सी ना, कॉस थीटा की भी वैल्यू जिहड़ी हैगी मैक्सिमम की होएगी 1 होएगी, 1 तो ज़्यादा नहीं हो सकती, ठीक है। कोसीकेंट ते सीकेंट दियां 1 तो ज़्यादा ही हैगियां सीगियां वैल्यूज़, ठीक है जी। अच्छा नैक्सट असाइनमेंट में असीं हुण असीं तुहाडा जिहड़ा मैथड हैगा मैं तुहानूं ऑलरेडी करवा चुकी हाँ। हुण असीं करांगे सवाल हेठ लिखियां दे मूल पता करो।
साइन ऑफ 60 डिग्री मल्टीप्लाई बाई कॉस ऑफ 30 डिग्री, कॉस ऑफ 30 डिग्री प्लस साइन ऑफ 30 डिग्री मल्टीप्लाई बाई, देखो कुछ नहीं है ये मतलब मल्टीप्लाइड है कॉस ऑफ 60 डिग्री। हुण पहला क्वेश्चन असीं सॉल्व करना है। आ क्वेश्चन वाल आ जाइए, मैं जूम करके तुहानूं दिखाण लगी हाँ स्क्रीन पर। क्वेश्चन तुहाडी स्क्रीन पर आ गया, ठीक है जी। ओके, साइन ऑफ 60 की वैल्यू तुहानूं पता हैगी √3/2 गुना मल्टीप्लाई कॉस 30 की वैल्यू √3/2, जी साइन की 60 है वही कॉस की 30 होएगी। फिर प्लस का प्लस लिखिया, साइन 30 की वैल्यू पाती 1/2 गुना कॉस 60 की वैल्यू पाती 1/2, ठीक है जी। बॉड मास के हिसाब नाल पहला तुसीं मल्टीप्लाई करता, √3 गुना √3 3, 2 गुना 2 4, जोड़ का जोड़ पाता 1/2 गुना 1/2 1/4, 3/4 जोड़ 1/4 वो की आ गया 4/4, 4/4 मतलब 1, ठीक है जी। कुछ नहीं है ये हिसाब नाल जिहड़े क्वेश्चन होणगे इहदियां तुहानूं वैल्यूज़ पुट करके तुसीं बस आंसर कढने हैगे। सैकेंड क्वेश्चन है साडा 2 tan स्क्वायर 45 डिग्री प्लस कॉस स्क्वायर 30 डिग्री माइनस साइन स्क्वायर 60 डिग्री। देखो हुण तक मैं तुहानूं बस साइन थीटा कॉस थीटा दसिया, जदों तुहाडा इत्थे स्क्वायर आ जाएगा उदों की करना, जिहड़ी भी साइन की वैल्यू होएगी, जिहड़ी भी साइन की होएगी, मान लो 1/2 हैगी, उहदा तुसीं अगे की कर देना स्क्वायर कर देना, ठीक है जी। हुण क्वेश्चन वाल आओ, 2 tan स्क्वायर 45 डिग्री, सानूं पता कि tan 45 दी नंबर हुंदा है 1, तो तुसीं 1 का की कर देना बच्चों इत्थे स्क्वायर कर देना, ठीक है। प्लस का प्लस कॉस 30 डिग्री हुंदा √3/2, क्योंकि कॉस स्क्वायर पूछा तो असीं इहदा वर्ग कर दांगे, माइनस का माइनस साइन 60 डिग्री √3/2 इहदा स्क्वायर कर दो, ठीक है जी। 2 गुना 1 आ गया, ठीक है जी। आ दोवें रकमां जिहड़ियां सेम सीगियां ते एक प्लस दी सीगी एक माइनस दी सीगी, तां असीं उहनूं कैंसल आउट करदा, 2 गुना 1 की आ गया 2 आ गया। अगला क्वेश्चन चलिए, अगला क्वेश्चन हैगा साडा स्क्रीन ते, ओके। कॉस ऑफ 45 डिग्री बटा सीकेंड ऑफ 30 डिग्री प्लस कोसीकेंड ऑफ 30 डिग्री। कॉस 45 की वैल्यू हैगी 1/2, सीकेंड 30 की हैगी 2/√3 प्लस कोसीकेंड 30 की वैल्यू हैगी 2। इनू असीं हुण सिंपलीफाई करना हैगा, उपर जिहड़ा 1/2 हैगा 1/2 ही रहेगा, नीचे जिहड़ा हैगा 2 दोवां च सीगा 2 असीं कॉमन ले लिया, अंदर की बच गया 1/√3 प्लस का प्लस तो 1 असीं इत्थे लिखता। फिर असीं इस चीज़ नूं सिंपलीफाई करांगे LCM लैके, ठीक है। उपर वाली रकम सेम 2 का 2, इस चीज़ नूं असीं की कीता हैगा √3 ते 1 का LCM असीं √3 लिया सीगा, ते उपर जिहड़ा हैगा 1 का 1 रखिया प्लस 1 नूं असीं की करता √3 दे नाल मल्टीप्लाई करता। आ पूरी दी पूरी रकम जिहड़ी हैगी आ वो इत्थे लिखी हुई आ। इनू अगे जस्ट सिंपलीफाई करना हैगा 1/√3, असीं हुण जिहड़ा डिवाइड च सीगा बच्चों उन्होंने असीं मल्टीप्लाई करता, तो नीचे वाली रकम का असीं की करता हैगा रेसिप्रोकल, मीनस उन्होंने पुट्ठा करता, ठीक है। वह डिनोमीनेटर उपर लिखता तो न्यूमीनेटर असीं नीचे लिखता। मल्टीप्लाई की हैगा जिहड़ा √3 सीगा वो असीं उपर लिखता, डिवाइडेड बाई 2 1 प्लस √3, ठीक है जी। 1 प्लस √3 जिहड़ा हैगा असीं इत्थे लिखता। फिर असीं की कीता बस उन्होंने सिंपलीफाई किया है, 1 गुना √3 आ गया, 2 √2 जिहड़ा हैगा असीं ब्रैकेट के अंदर मल्टीप्लाई करता, √2 गुना 1 √2 आ गया, √2 गुना √3 √6 आ गया, ठीक है जी। अगे देखिए अगे की हैगा √3 का √3 आ गया, नीचे जिहड़ी रकम सीगी 2 तो ब्रैकेट च असीं बस कुछ नहीं किया, √6 नूं पहलां लिखता, √2 नूं बाद च लिखिया हैगा, तो इसनूं असीं इस स्टैप दे विच अगे बच्चों की कीता हैगा, ਇਹਦੇ ਜਿਹੜਾ डिनोमीनेटर ਸੀਗਾ, ਇਹਦੇ ਜਿਹੜੇ ਨੀਚੇ ਵਾਲਾ ਹਰ ਸੀਗਾ, ਇਹਨੂੰ ਅਸੀਂ ਕੀ ਕੀਤਾ ਹੈਗਾ, ਇਹਦਾ ਪਰਮੇਈਕਰਨ ਕੀਤਾ, ਇਹਨੂੰ ਅਸੀਂ ਰੈਸ਼ਨਲਾਈਜ਼ ਕੀਤਾ। ਉਹਦੇ ਲਈ ਅਸੀਂ ਕੀ ਕਰਦੇ ਹਾਂ, ਜਿਹੜੀ ਨੀਚੇ ਵਾਲੀ ਰਕਮ ਹੈਗੀ √6 प्लस √2 √6 प्लस ਦੀ ਜਗ੍ਹਾ ਅਸੀਂ ਮਾਈਨਸ ਕਰ ਦੇਣਾ ਆ, ਤੇ ਫਿਰ ਅਸੀਂ ਉਹਨੂੰ ਉਹਦੇ ਨਾਲ ਕੀ ਕਰ ਦੇਣਾ, ਮਲਟੀਪਲਾਈ ਕਰ ਦੇਣਾ। ਉੱਪਰ ਜਿਹੜੀ ਹੈਗੀ √3 ਮਲਟੀਪਲਾਈ ਬਾਈ √6, ਜਾਂ ਤੁਸੀਂ ਇਹਨੂੰ ਇਦਾਂ ਹੀ ਰਹਿਣ ਦੇ ਸਕਦੇ ਹੋ। ਜਿਹੜੀ ਨੀਚੇ ਵਾਲੀ ਰਕਮ ਹੈਗੀ 2 ਦਾ 2 ਆ ਜਾਏਗਾ, ਤੇ ਨੀਚੇ ਵਾਲੀ ਰਕਮ ਸਿੰਪਲੀਫਾਈ ਕੀ ਹੋ ਜਾਏਗੀ 6 √6 का वर्ग माइनस √2 का वर्ग। इनू अजे जो असीं सिंपलीफाई करेंगे बच्चे 9वीं क्लास का सवाल हैगा है, तुहानूं आउंदा होएगा। √3 उपर वाली रकम उदा ही, तो नीचे वाली रकम की बन गई 2 का 2 तो 6 माइनस 2, क्योंकि √6 का वर्ग 6 आ गया, माइनस 2 का वर्ग की आ गया 2 आ गया, 6 माइनस 2 की आ गया 4, तो नीचे वाली रकम की बन गई 2 गुना 4 बन गई 8, तो साडा आंसर की आ गया √3
ब्रैकेट अंडर रूट 6 माइनस अंडर रूट 2/8। ठीक है जी। ਨੈਕਸਟ ਜਿਹੜੇ ਹੈਗੇ ਪੈਸ ਦੇ ਨਾਲ ਆਧਾਰਿਤ ਜਿਹੜੇ ਹੈਗੇ ਆ ਕੁਐਸਚਨਸ ਜਿਹੜੇ ਹੈਗੇ ਤੁਹਾਡੇ ਉਹ ਅਸੀਂ ਕਰਨ ਜਾ ਰਹੇ ਹਾਂ। ਇਸ ਅਸਾਈਨਮੈਂਟ ਵਿੱਚ ਤੁਹਾਨੂੰ ਜਿਹੜੇ ਹੈਗੇ ਤੁਹਾਡਾ ਪਿਛਲਾ ਪੇਪਰ ਹੋਇਆ ਸੀਗਾ, ਜਿਹੜੇ ਤੁਹਾਡੇ ਵੀਕ ਏਰੀਆ ਸੀਗੇ ਉਹਦੇ ਨਾਲ ਰਿਲੇਟਿਡ ਸਮਸ ਨੇ ਉਹ ਕਰ ਲਈਏ। ਕਹਿੰਦੇ ਜੇਕਰ -1/2 ਸਮੀਕਰਨ ए ਦਾ ਮੂਲ ਹੋਵੇ ਤਾਂ ਕੇ ਦੀ ਮੂਲ ਕੀ ਹੋਏਗਾ। ਠੀਕ ਹੈ ਜੀ। ਜੇ -1/2 ਜਿਹੜਾ ਹੈਗਾ ਇਸ ਇਕੁਏਸ਼ਨ ਦਾ ਸੋਲਿਊਸ਼ਨ ਹੈਗਾ ਤੇ ਕੇ ਦਾ ਵੈਲਿਊ ਕੀ ਹੋਏਗੀ। ਸਾਨੂੰ ਪਤਾ ਕਿ ਜਦੋਂ ਸੋਲਿਊਸ਼ਨ ਕੋਈ ਚੀਜ਼ ਕੋਈ ਵੈਲਿਊ ਕਿਸੇ ਸਮੀਕਰਨ ਦਾ ਸੋਲਿਊਸ਼ਨ ਹੁੰਦੀ ਹੈ ਤੇ ਉਸ ਵੈਲਿਊ ਨੂੰ ਜਦੋਂ ਅਸੀਂ ਇਕੁਏਸ਼ਨ ਵਿੱਚ ਪੁੱਟ ਕਰੀਏ ਬੱਚਿਓ, ਉਹਦਾ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਬਰਾਬਰ ਹੁੰਦਾ। ਹੁਣ ਅਸੀਂ ਕੀ ਕਰਨਾ ਹੈਗਾ, x ਦੀ ਜਗ੍ਹਾ ਤੇ -1/2 ਪਾਵਾਂਗੇ ਤੇ ਇਸ ਇਕੁਏਸ਼ਨ ਨੂੰ ਇੱਥੇ ਸੋਲਵ ਕਰੀਏ। x² ਇਹਦਾ ਮਤਲਬ -1/2 ਦਾ ਸਕੁਅਰ। ਠੀਕ ਹੈ ਜੀ। ਪਲੱਸ ਦਾ ਪਲੱਸ 2 ਦਾ 2 k ਦਾ k ਤੇ x ਦੀ ਜਗ੍ਹਾ ਤੇ ਫਿਰ ਮੈਂ ਲਿਖੂੰਗੀ -1/2। ਠੀਕ ਹੈ ਜੀ। ਫਿਰ ਮੈਂ ਲਿਖੂੰਗੀ -5/4 ਈਕੁਅਲਸ ਟੂ ਮੈਂ ਕੀ ਲਿਖੂੰਗੀ 0, ਕਿਉਂਕਿ ਸੈਟਿਸਫਾਈ ਕਰੇਗਾ ਲੈਫਟ ਹੈਂਡ ਸਾਈਡ ਜਿਹੜਾ ਮੇਰਾ ਹੈਗਾ 0 ਦੇ ਬਰਾਬਰ ਆਏਗਾ। ਇਹਨੂੰ ਅੱਗੇ ਸੋਲਵ ਕਰਨਾ। ਇਹ ਕੀ ਆ ਗਿਆ 1/4 ਪਲੱਸ ਇਹ 2 ਦੇ ਨਾਲ ਇਹ ਵਾਲਾ 2 ਕੈਂਸਲ ਹੋ ਗਿਆ ਤੇ ਜਿਹੜਾ ਪਲੱਸ ਸੀਗਾ ਉਹ ਕੀ ਬਣ ਗਿਆ ਮਾਈਨਸ, ਕਿਉਂਕਿ ਪਲੱਸ ਮਾਈਨਸ ਮਾਈਨਸ ਆ ਗਿਆ। ਇਹ ਆ ਗਿਆ -k -5/4 ਈਕੁਅਲਸ ਟੂ 0। -1/4 -5/4 ਇਹਨੂੰ ਸੋਲਵ ਕਰ ਲਾਂਗੇ, ਇਕੱਠੇ ਲਿਖ ਦੇਵਾਂਗੇ। ਇਹਨੂੰ ਕੀ ਹੋ ਗਿਆ 4 ਦਾ 4 ਆ ਗਿਆ। ਠੀਕ ਹੈ ਜੀ। ਉੱਪਰ ਰਕਮ ਕੀ ਆ ਗਈ 1 -5 ਤੇ ਇੱਥੇ ਆਏਗਾ ਪਲੱਸ ਈਕੁਅਲਸ ਟੂ ਕੀ ਆ ਗਿਆ 0। ਇਹਦਾ ਮਤਲਬ -k ਇਹਨੂੰ ਸੋਲਵ ਕਰ ਲਈਏ। 1 ਦਾ ਪਲੱਸ ਹੈਗਾ, 5 ਦਾ ਮਾਈਨਸ, ਪਲੱਸ ਮਾਈਨਸ ਮਾਈਨਸ 5 ਚੋਂ 1 ਗਿਆ 4/4 ਨਿਸ਼ਾਨੀ ਮਾਈਨਸ ਦੀ ਇਹ ਆ ਜਾਏਗਾ 0 ਦੇ ਬਰਾਬਰ। ਇਹਦਾ ਮਤਲਬ -k -1 ਜਿਹੜਾ ਹੈਗਾ ਉਹ 0 ਦੇ ਬਰਾਬਰ ਆ ਗਿਆ ਤੇ -k ਦੀ ਵੈਲਿਊ ਬੱਚਿਓ 1 ਦੇ ਬਰਾਬਰ ਆ ਗਈ। ਇਹਦਾ ਮਤਲਬ k ਦੀ ਵੈਲਿਊ ਮੇਰੀ -1 ਦੇ ਬਰਾਬਰ ਆ ਗਈ। k ਦੀ ਵੈਲਿਊ ਮੇਰੀ ਕੀ ਹੋਏਗੀ -1। ਇਹਦਾ ਮਤਲਬ C ਆਪਸ਼ਨ ਜਿਹੜੀ ਹੈਗੀ ਮੇਰੀ ਇਹ ਕਰੈਕਟ ਹੋ ਗਈ। ਠੀਕ ਹੈ ਜੀ। ਕੁਛ ਨਹੀਂ ਕੀਤਾ, ਜਿਹੜੀ ਵੀ ਵੈਲਿਊ ਸੀਗੀ x ਦੀ ਉਹ ਮੈਂ ਸਮੀਕਰਨ ਵਿੱਚ ਪੁੱਟ ਕਰਤੀ ਤੇ ਉੱਥੇ ਮੈਂ k ਦੀ ਵੈਲਿਊ ਕੱਢ ਲਈ। ਓਕੇ। ਨੈਕਸਟ ਕੁਐਸਚਨ ਹੈਗਾ ਸਮੀਕਰਨ ਦਿੱਤਾ ਹੋਇਆ ਬੱਚਿਓ x - 2 ਦਾ ਸਕੁਅਰ ਪਲੱਸ 1 ਈਕੁਅਲਸ ਟੂ 2x ਦੀ ਪਾਵਰ 2 -3। ਇੱਕ ਡੈਸ਼ ਸਮੀਕਰਨ ਹੈ, ਡੈਸ਼ ਅਸੀਂ ਫਿਲ ਕਰਨਾ। ਉਹਦੇ ਲਈ ਕੁਛ ਨਹੀਂ ਕਰਨਾ, ਅਸੀਂ ਜਿਹੜੀ ਆਪਣੀ ਇਕੁਏਸ਼ਨ ਹੈਗੀ ਇਹਨੂੰ ਸਿੰਪਲੀਫਾਈ ਕਰਕੇ ਵੇਖ ਲੈਂਦੇ ਆ ਤੇ ਦੇਖ ਲੈਂਦੇ ਕੀ ਬਣਦੀ ਆ। ਸਭ ਤੋਂ ਪਹਿਲਾਂ ਲੈਫਟ ਹੈਂਡ ਸਾਈਡ ਤੇ ਹੈਗਾ x - 2 ਦੀ ਪਾਵਰ 2। ਠੀਕ ਹੈ ਜੀ। ਇਹਨੂੰ ਸੋਲਵ ਕਰਦੇ ਆ। ਇਹਨੂੰ ਮੈਂ ਸਿੱਧਾ ਹੀ ਸੋਲਵ ਕਰਕੇ ਲਿਖਣ ਲੱਗੀ ਆ। ਉਹ ਕੀ ਬਣ ਗਿਆ x ਦੀ ਪਾਵਰ 2 ਪਲੱਸ 2 ਗੁਣਾ 2 ਉਹ ਆ ਗਿਆ 4, ਕਿਉਂਕਿ b² ਕਰ ਲਿਆ ਮੈਂ। ਫਿਰ ਮੈਂ ਕੀਤਾ -2ab। ਠੀਕ ਹੈ ਜੀ। b ਦੀ ਵੈਲਿਊ ਮੇਰੀ ਹੈਗੀ 2 ਪਲੱਸ ਦਾ ਪਲੱਸ 1 ਦਾ 1 ਈਕੁਅਲਸ ਟੂ ਕੀ ਆ ਗਿਆ 2x² -3। ਹੋਰ ਅੱਗੇ ਸੋਲਵ ਕਰਦੇ ਆ। ਅੱਗੇ ਕੀ ਆ ਰਿਹਾ x² ਦਾ x², 2 ਗੁਣਾ 2 4x ਮਾਈਨਸ ਦਾ ਮਾਈਨਸ ਪਲੱਸ 4 ਪਲੱਸ 1 ਇਹ ਆ ਗਿਆ +5 ਈਕੁਅਲਸ ਟੂ 2x² -3। ਠੀਕ ਹੈ ਜੀ। ਦੇਖੋ ਜੇ ਦੋਵੇਂ ਪਾਸੇ x² ਕੱਟੇ ਜਾਂਦੇ ਫਿਰ ਇਹ 2 ਘਾਤੀ ਨਹੀਂ ਸੀ ਰਹਿਣਾ, ਕਿਉਂਕਿ x² ਇੱਥੇ ਆ, ਜਿਹੜਾ ਦੂਜੇ ਪਾਸੇ ਦਾ x² ਹੈਗਾ ਇਹ ਦੂਜੇ ਪਾਸੇ ਆ ਗਿਆ, ਇਹ ਮਾਈਨਸ ਦਾ ਬਣ ਗਿਆ 2x² -4x +5 ਤੇ +3। ਇਹ ਵੈਲਿਊ 0 ਦੇ ਬਰਾਬਰ ਆ ਰਹੀ ਹੈ, ਕਿਉਂਕਿ ਇਹਨੂੰ ਸੋਲਵ ਕਰਕੇ ਇਸ ਚੀਜ਼ ਨੂੰ ਸੋਲਵ ਕਰਕੇ ਕੋਈ ਨਾ ਕੋਈ x ਦੀ ਰਕਮ x ਦੀ ਪਾਵਰ 2 ਰਹੇਗੀ। ਕੀ ਬਣ ਰਿਹਾ ਇੱਥੇ ਇਹ ਆਏਗਾ -x ਦੀ ਪਾਵਰ 2। ਠੀਕ ਹੈ। ਅੱਗੇ ਰਕਮ ਜਿਹੜੀ ਮਰਜ਼ੀ ਬਣੇ, x ਦੀ ਪਾਵਰ 2 ਕਿਉਂਕਿ ਇਕੁਏਸ਼ਨ ਵਿੱਚ ਮੌਜੂਦ ਹੈਗਾ ਆ, ਇਸੇ ਕਰਕੇ ਕੀ ਹੈਗਾ ਆ ਇਹ 2 ਘਾਤੀ ਸਮੀਕਰਨ ਹੋਏਗਾ। ਠੀਕ ਹੈ ਜੀ। ਆਪਸ਼ਨ ਜਿਹੜੀ ਹੈਗੀ ਆ B ਕਰੈਕਟ ਆ। ਹਾਂ ਜੇ ਇੱਥੇ ਮੇਰਾ x² ਹੁੰਦਾ, ਕਈ ਇਕੁਏਸ਼ਨਸ ਵਿੱਚ ਹੁੰਦਾ ਹੈ ਨਾ ਦੋਵੇਂ ਪਾਸੇ, ਫਿਰ x² ਅਸੀਂ ਕੱਟ ਲੈਂਦੇ ਹਾਂ, ਫਿਰ ਜਿਹੜੀ ਹੈਗੀ ਸਾਡੀ ਰੇਖੀ ਸਮੀਕਰਨ ਰਹਿ ਜਾਂਦਾ, ਉਸ ਹਿਸਾਬ ਨਾਲ ਫਿਰ ਤੁਹਾਡਾ A ਆਨਸਰ ਆ ਜਾਣਾ ਸੀਗਾ। ਠੀਕ ਹੈ ਜੀ। ਪਰ ਫਿਲਹਾਲ ਜਿਹੜਾ ਹੈਗਾ ਸਾਡਾ ਇਹਦੇ ਵਿੱਚ ਆਨਸਰ ਕਿੰਨਾ ਹੈਗਾ ਆ 2 ਘਾਤੀ ਸਮੀਕਰਨ ਇਹਦਾ ਆਨਸਰ ਹੈਗਾ। ਠੀਕ ਹੈ ਜੀ। ਤੇ ਇਹਦੇ ਨਾਲ ਹੀ ਸਾਡੀ ਅਸਾਈਨਮੈਂਟ ਜਿਹੜੀ ਹੈਗੀ ਕੰਪਲੀਟ ਹੋ ਗਈ। ਬੱਚਿਓ ਅੱਜ ਦੀ ਅਸਾਈਨਮੈਂਟ ਵਿੱਚ ਅਸੀਂ ਕੀ ਕੀਤਾ ਆ, ਅਸੀਂ ਕੀ ਕੀਤੇ ਹੈਗੇ ਅਸੀਂ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕੀਤੇ ਹੈਗੇ ਆ। ਠੀਕ ਹੈ ਜੀ। ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕੀਤੇ ਹੈਗੇ ਔਨ ਸਮ ਪਾਰਟੀਕੂਲਰ ਐਂਗਲਸ, ਔਨ ਸਟੈਂਡਰਡ ਐਂਗਲਸ 0 ਡਿਗਰੀ 30 ਡਿਗਰੀ 45 ਡਿਗਰੀ 60 ਡਿਗਰੀ ਤੇ 90 ਡਿਗਰੀ। ਠੀਕ ਹੈ ਜੀ। ਇਹਦਾ ਮਤਲਬ ਇਹ ਨਹੀਂ ਹੈਗਾ
ਕਿ ਸਾਈਨ ਦੀ ਵੈਲਿਊ ਮੈਂ 35 ਡਿਗਰੀ 'ਤੇ ਨਹੀਂ ਕੱਢ ਸਕਦੀ। ਸਾਈਨ ਦੀ ਵੈਲਿਊ 35 ਡਿਗਰੀ 'ਤੇ ਵੀ ਨਿਕਲੇਗੀ। ਹਰ ਇੱਕ ਨੰਬਰ 'ਤੇ ਹਰ ਇੱਕ ਡਿਗਰੀ 'ਤੇ ਟੀ ਰੇਸ਼ੋਜ਼ ਹੋਣਗੇ, ਪਰ ਇਹ ਜਿਹੜੇ ਹੈਗੇ ਇਹ ਸਟੈਂਡਰਡ ਨੇ। ਠੀਕ ਹੈ ਜੀ, ਇਹਨਾਂ ਪਰਟੀਕੂਲਰਸ 'ਤੇ ਕੁਛ ਵੈਲਿਊਜ਼ ਹੈਗੀਆਂ, ਉਹ ਵੈਲਿਊਜ਼ ਅਸੀਂ ਉੱਦਾਂ ਹੀ ਯਾਦ ਕਰਨੀਆਂ ਆ। ਠੀਕ ਹੈ ਜੀ, ਠੀਕ ਹੈ। ਇਹਦੇ ਨਾਲ ਹੀ ਸਾਡੀ ਅਸਾਈਨਮੈਂਟ ਜਿਹੜੀ ਹੈਗੀ ਕੰਪਲੀਟ ਹੋ ਗਈ ਹੈ। ਓਕੇ ਬੱਚਿਓ।